ਤੁਸੀਂ ਭਗਤੀ ਕਰਨਾ ਕਿਉਂ ਚਾਹੁੰਦੇ ਹੋ? ਤੁਸੀਂ ਗੁਰੂ ਕਿਉਂ ਬਣਾਉਣਾ ਚਾਹੁੰਦੇ ਹੋ? ਜੇ ਤੁਸੀਂ ਪਰਮਾਤਮਾ ਦੀ ਬੰਦਗੀ, ਭਗਤੀ, ਸਿਮਰਨ ਜੇ ਤੁਸੀਂ ਸੰਸਾਰ ਦੀਆਂ ਇੱਛਾਵਾਂ ਰੱਖ ਕੇ ਕਰਦੇ ਹੋ ਤਾਂ ਤੁਸੀਂ ਅੱਜ ਵੀ ਫੇਲ ਆ ਤੇ ਕੱਲ ਵੀ ਫੇਲ ਆ। ਹਰ ਬੰਦਾ ਇੱਕੋ ਗੱਲ ਕਹਿੰਦਾ ਕਿ ਮੇਰਾ ਮਨ ਟੁੱਟ ਗਿਆ, ਮੇਰਾ ਦਿਲ ਟੁੱਟ ਗਿਆ, ਮੈਂ ਨਹੀਂ ਹੁਣ ਬੰਦਗੀ ਕਰਨੀ, ਮੈਂ ਨਹੀਂ ਹੁਣ ਭਗਤੀ ਕਰਨੀ, ਮੈਂ ਨਹੀਂ ਹੁਣ ਆਪਣੇ ਗੁਰੂ ਕੋਲ ਜਾਣਾ, ਮੇਰੇ ਗੁਰੂ ਨੇ ਮੇਰਾ ਕੰਮ ਨਹੀਂ ਕੀਤਾ, ਮੇਰੇ ਗੁਰੂ ਨੇ ਮੇਰਾ ਕਾਰੋਬਾਰ ਨਹੀਂ ਚਲਾਇਆ, ਮੈਂ ਭਗਤੀ ਕਰਦਾ ਮੈਨੂੰ ਦੁੱਖ ਬਹੁਤ ਆਉਂਦੇ ਆ, ਮੈਂ ਭਗਤੀ ਕਰਦਾ ਮੇਰਾ ਕੰਮ ਨਹੀਂ ਕੋਈ ਬਣਦਾ, ਮੈਂ ਭਗਤੀ ਕਰਦਾ ਮੇਰਾ ਵਿਆਹ ਨਹੀਂ ਹੁੰਦਾ, ਮੇਰਾ ਭਗਤੀ ਕਰਦਾ ਆ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਮੈਂ ਹੁਣ ਭਗਤੀ ਨਹੀਂ ਕਰਨੀ, ਮੇਰਾ ਦਿਲ ਟੁੱਟ ਗਿਆ, ਹੁਣ ਮੈਂ ਨਹੀਂ ਜਾਣਾ ਗੁਰੂ ਦੇ ਕੋਲ, ਮੇਰਾ ਹੁਣ ਮਨ ਨਹੀਂ ਕਰਦਾ ਕੁਝ ਕਰਨ ਨੂੰ, ਮੇਰਾ ਕਾਰੋਬਾਰ ਨਹੀਂ ਚੱਲਿਆ, ਮੈਂ ਨਹੀਂ ਭਗਤੀ ਕਰਨੀ, ਮੈਂ ਨਹੀਂ ਗੁਰੂ ਘਰ ਜਾਣਾ, ਨਾ ਮੈਂ ਗੁਰੂ ਕੋਲ ਜਾਣਾ, ਗੁਰੂ ਮੇਰੀ ਸੁਣਦਾ ਨਹੀਂ ਹੈਗਾ, ਗੁਰੂ ਮੇਰਾ ਕੰਮ ਨਹੀਂ ਕਰਦਾ, ਗੁਰੂ ਮੇਰਾ ਆ ਨਹੀਂ ਕਰਦਾ, ਗੁਰੂ ਮੇਰਾ ਉਹ ਨਹੀਂ ਕਰਦਾ। ਜੇ ਤੁਸੀਂ ਆਪਣੀ ਸੰਸਾਰ ਦੀਆਂ ਚੀਜ਼ਾਂ ਵਾਸਤੇ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹੋ, ਮੁੰਡੇ ਕੁੜੀਆਂ ਲੈਣ ਵਾਸਤੇ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹੋ, ਕਾਰੋਬਾਰ ਚਲਾਉਣ ਵਾਸਤੇ ਗੁਰੂ ਨਾਲ ਪ੍ਰੇਮ ਕਰਦੇ ਹੋ, ਆਪਣੇ ਕਰਜ਼ੇ ਲਾਉਣ ਵਾਸਤੇ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹੋ, ਆਪਣੇ ਵਿਆਹ ਸ਼ਾਦੀਆਂ ਕਰਨ ਵਾਸਤੇ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹੋ, ਤਾਂ ਕੋਈ ਲੋੜ ਨਹੀਂ ਪਿਆਰ ਕਰਨ ਦੀ, ਕੋਈ ਲੋੜ ਨਹੀਂ ਗੁਰੂ ਦੇ ਕੋਲ ਜਾਣ ਦੀ, ਕੋਈ ਲੋੜ ਨਹੀਂ ਤੁਹਾਨੂੰ ਭਗਤੀ ਕਰਨ ਦੀ। ਫਿਰ ਤਾਂ ਤੁਸੀਂ ਆਪਣਾ ਸਮੇਂ ਵੀ ਖਰਾਬ ਕਰਦੇ ਹੋ, ਆਪਣੇ ਗੁਰੂ ਦਾ ਸਮੇਂ ਵੀ ਖਰਾਬ ਕਰਦੇ ਹੋ। ਗੁਰੂ ਤੁਹਾਨੂੰ ਧੀਆਂ ਪੁੱਤ ਦੇਣ ਵਾਸਤੇ ਨਹੀਂ ਆਂਦਾ, ਗੁਰੂ ਤੁਹਾਨੂੰ ਮੁੰਡੇ ਕੁੜੀਆਂ ਦੇਣ ਵਾਸਤੇ ਨਹੀਂ ਆਂਦਾ, ਗੁਰੂ ਤੁਹਾਡੇ ਕਾਰੋਬਾਰ ਚਲਾਉਣ ਵਾਸਤੇ ਨਹੀਂ ਆਂਦਾ, ਗੁਰੂ ਤੁਹਾਨੂੰ ਆਪਣੇ ਆਪ ਦੀ ਪਹਿਚਾਣ ਕਰਨ ਵਾਸਤੇ ਆਂਦਾ, ਤੁਹਾਨੂੰ ਆਪਣੇ ਆਪ ਦੀ ਪਹਿਚਾਣ ਦੱਸਦਾ ਤੁਸੀਂ ਕੌਣ ਹੋ, ਕਿੱਥੋਂ ਆਇਆ, ਕਿੱਥੇ ਜਾਣਾ, ਕੀ ਕਰਨ ਸੰਸਾਰ ਦੇ ਵਿੱਚ ਆਇਆ, ਜ਼ਿੰਦਗੀ ਦਾ ਤੁਹਾਡੇ ਜੀਵਨ ਦਾ ਮਕਸਦ ਕੀ ਆ। ਤੁਹਾਡੀ ਉਹਦੀ ਪਹਿਚਾਣ ਕਰਨ ਵਾਸਤੇ ਗੁਰੂ ਤੁਹਾਡੇ ਇੱਥੇ ਸੰਸਾਰ 'ਚ ਆਉਂਦਾ। ਜਿੰਨੇ ਸੰਤ ਮਹਾਂਪੁਰਸ਼ ਭਗਤ ਫਕੀਰ ਆਏ, ਸਾਰਿਆਂ ਨੇ ਹਮੇਸ਼ਾ ਇੱਕੋ ਹੁਕਮ ਦਿੱਤਾ ਨਾਮ ਦਾ, ਕਿ ਨਾਮ ਜਪੋ, ਬੰਦਗੀ ਕਰੋ। ਇਹ ਸਰੀਰ ਦਾ, ਇਹ ਜੀਵਨ ਦਾ, ਇਹ ਮਨੁੱਖੀ ਚੋਲੇ ਦਾ ਪਹਿਲਾ ਮਕਸਦ ਆ ਬੰਦਗੀ ਕਰਨਾ, ਭਗਤੀ ਕਰਨਾ, ਆਪਣੇ ਆਪ ਦੀ ਪਹਿਚਾਣ ਕਰਨਾ, ਉਸ ਪਰਮਾਤਮਾ ਨੂੰ ਜਾਣਨਾ ਜਿੱਥੋਂ ਅਸੀਂ ਆਏ ਹਾਂ, ਜਿੱਥੋਂ ਅਸੀਂ ਟੁੱਟ ਕੇ ਇੱਥੇ ਸੰਸਾਰ 'ਚ ਆ ਗਏ ਹਾਂ, ਅਸੀਂ ਉਹਦੇ ਨਾਲ ਇੱਕ-ਮਿੱਕ ਹੋਣਾ। ਇਸ ਕਰਕੇ ਸੰਸਾਰ ਦੇ ਵਿੱਚ ਸੰਤ ਮਹਾਂਪੁਰਸ਼ ਪੀਰ ਫਕੀਰ ਗੁਰੂ ਆਉਂਦੇ ਨੇ, ਤੁਹਾਨੂੰ ਆਪਣੇ ਦੇਸ਼ ਦੀ, ਆਪਣੇ ਘਰ ਦੀ ਯਾਦ ਦਿਲਾਉਣ ਵਾਸਤੇ ਆਉਂਦੇ ਨੇ ਕਿ ਬੇਟੇ ਇਹ ਤੁਹਾਡਾ ਦੇਸ਼ ਨਹੀਂ ਹੈਗਾ, ਇਹ ਸੰਸਾਰ ਤੁਹਾਡਾ ਨਹੀਂ ਹੈਗਾ, ਅਸੀਂ ਇੱਥੇ ਸਦਾ ਸਦਾ ਨਹੀਂ ਰਹਿਣਾ, ਇਹ ਸਰੀਰ ਕਿਰਾਏ ਦਾ ਸਰੀਰ ਆ, ਇਹ ਅੱਜ ਨਹੀਂ ਤੇ ਕੱਲ ਖਾਲੀ ਕਰਨਾ ਪੈਣਾ। ਕਿਸੇ ਨੂੰ 10 ਸਾਲ ਲਈ, ਕਿਸੇ ਨੂੰ 20 ਸਾਲ ਲਈ, ਕਿਸੇ ਨੂੰ 1 ਸਾਲ ਲਈ, ਕਿਸੇ ਨੂੰ 60 ਸਾਲ ਲਈ, 70 ਸਾਲ ਲਈ, ਇਹ ਸਰੀਰ ਕਿਰਾਏ ਦਾ, ਇਹ ਸਦਾ ਸਦਾ ਨਹੀਂ ਇੱਥੇ ਰਹਿਣਾ। ਇਹ ਗੱਲ ਹਮੇਸ਼ਾ ਸਮਝਣ ਦੀ ਕੋਸ਼ਿਸ਼ ਕਰੋ। ਜੇ ਭਗਤੀ ਤੁਸੀਂ ਸੰਸਾਰ ਦੀ ਇੱਛਾਵਾਂ ਵਾਸਤੇ ਕਰਦੇ ਹੋ ਤਾਂ ਨਾ ਕਰੋ, ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਨਾਲੇ ਗੁਰੂ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈਗਾ। ਭਗਤੀ ਤੁਸੀਂ ਆਪਣੇ ਲਈ ਕਰਨੀ ਹੈ, ਗੁਰੂ ਵਾਸਤੇ ਨਹੀਂ ਕਰਨੀ ਹੈਗੀ। ਭਗਤੀ ਤੁਸੀਂ ਆਪਣੀ ਲੋੜ ਵਾਸਤੇ ਕਰਨੀ ਆ। ਤੁਹਾਡੀ ਭਗਤੀ ਦਾ ਤੁਹਾਨੂੰ ਹੀ ਫਾਇਦਾ ਆ, ਤੁਹਾਡੇ ਗਵਾਂਢੀਆਂ ਨੂੰ ਫਾਇਦਾ ਨਹੀਂ ਹੈਗਾ, ਤੁਹਾਡੇ ਦੋਸਤ ਮਿੱਤਰਾਂ ਨੂੰ ਫਾਇਦਾ ਨਹੀਂ ਹੈਗਾ। ਇਹ ਭਗਤੀ ਤੁਸੀਂ ਕਰੋਗੇ ਤੁਹਾਨੂੰ ਹੀ ਫਾਇਦਾ ਹੈਗਾ। ਗੁਰੂ ਨੇ ਤੁਹਾਡੇ ਕੋਲ ਲੈਣਾ ਵੀ ਕੀ ਆ, ਤੁਸੀਂ ਗੁਰੂ ਨੂੰ ਦੇ ਵੀ ਕੀ ਸਕਦੇ ਹੋ। ਅੱਜ ਤਾਂ ਬਹੁਤ ਸਸਤਾ ਸੌਦਾ ਹੋ ਗਿਆ ਕਿ ਗੁਰੂ ਕੋਲ ਆਓ ਤੇ ਨਾਮ ਦਾ ਲਓ, ਨਾਮ ਸ਼ਬਦ ਲਓ ਤੇ ਘਰੇ ਜਾ ਕੇ ਅਭਿਆਸ ਕਰੋ। ਸਸਤਾ ਸੌਦਾ ਹੋ ਗਿਆ। ਪਹਿਲਾਂ ਇਤਿਹਾਸ ਗਵਾਇਆ, ਇਤਿਹਾਸ ਪੜ੍ਹ ਕੇ ਦੇਖੋ, ਆਪਣੇ ਧਰਮਾਂ ਦੇ ਗ੍ਰੰਥ ਪੜ੍ਹ ਕੇ ਦੇਖੋ, ਕਿੰਨਾ ਕਿੰਨਾ ਸਾਲ ਆਪਣੇ ਗੁਰੂ ਦਾ ਪਾਣੀ ਢੋਂਦੇ ਸੀ, ਕਿੰਨੇ ਕਿੰਨੇ ਸਾਲ ਗੁਰੂ ਦੀ ਸੇਵਾ ਕਰਦੀ ਸੀ,
ਰਿਸ਼ੀ ਮੁਨੀਆਂ ਦੀ ਸੇਵਾ ਕਰਦੇ ਸੀ ਕਿੰਨੇ ਕਿੰਨੇ ਸਾਲ। ਫਿਰ ਉਸ ਤੋਂ ਬਾਅਦ ਭਾਂਡਾ ਜਦੋਂ ਪੱਕ ਜਾਂਦਾ ਸੀ, ਦੇਖਦੇ ਸੀ ਨਾਮ ਸ਼ਬਦ ਲੈਣ ਦੇ ਕਾਬਲ ਹੋ ਗਿਆ, ਫਿਰ ਉਹ ਉਹਦੇ ਵਿੱਚ ਨਾਮ ਦੀ ਦਾਤ ਦਿੰਦੇ ਸੀ, ਨਾਮ ਦਾਨ ਦੀ ਬਖਸ਼ਿਸ਼ ਕਰਦੇ ਸੀ। ਫਿਰ ਉਹ ਆਪਣਾ ਸ਼ਿਸ਼ੇ ਬਣਾਉਂਦੇ ਸੀ। ਇੰਨੀ 12 13 ਸਾਲ ਸੇਵਾ ਕਰਾਉਂਦੇ ਸੀ। ਫਿਰ ਕਿਤੇ ਆ ਕੇ ਗੁਰੂ ਆਪਣੇ ਸ਼ਾਗਿਰਦ ਬਣਾਉਂਦਾ ਸੀ, ਨਾਮ ਸ਼ਬਦ ਬੰਦਗੀ ਨਾਮ ਦਾ ਦਿੰਦਾ ਸੀ। ਅੱਜ ਤੁਹਾਨੂੰ ਸਸਤਾ ਸੌਦਾ ਮਿਲ ਗਿਆ, ਤੁਹਾਨੂੰ ਕਦਰ ਨਹੀਂ ਆ ਰਹੀ। ਤੁਸੀਂ ਭਗਤੀ, ਇਹ ਮੇਰੀ ਗੱਲ ਹਮੇਸ਼ਾ ਯਾਦ ਰੱਖੋ। ਬਾਰ-ਬਾਰ ਇੱਕੋ ਗੱਲ ਕਹਿਣਾ, ਹਮੇਸ਼ਾ ਜਿਹੜੇ ਮੇਰੇ ਸੰਤ ਮਹਾਂਪੁਰਸ਼ ਫਕੀਰ ਜੋ ਵੀ ਸੰਸਾਰ ਵਿੱਚ ਆਏ ਨੇ ਔਰ ਆਂਦੇ ਰਹਿਣੇ ਜਾਂਦੇ ਰਹਿਣੇ ਆ, ਇਹਨਾਂ ਦਾ ਹਮੇਸ਼ਾ ਇੱਕੋ ਹੁੱਕਾ ਆ, ਨਾਮ ਜਪੋ, ਬੰਦਗੀ ਕਰੋ, ਆਪਣੇ ਆਪ ਦੀ ਪਹਿਚਾਣ ਕਰੋ। ਉਹ ਤੁਹਾਨੂੰ ਕੋਈ ਕੰਮ, ਇੱਕੋ ਕੰਮ ਕਹਿ ਰਹੇ ਕਿ ਸਿਮਰਨ ਕਰੋ, ਬੰਦਗੀ ਕਰੋ, ਤੁਹਾਡੇ ਕੋਲ ਉਹੀ ਨਹੀਂ ਹੁੰਦਾ। ਦੱਸੋ ਤੁਹਾਡੇ ਗੁਰੂ ਨੇ ਤੁਹਾਨੂੰ ਕੋਈ ਦੂਜਾ ਕੰਮ ਕਿਹਾ ਹੋਵੇ? ਹਮੇਸ਼ਾ ਇੱਕੋ ਕੰਮ ਕਿਹਾ ਤੁਹਾਨੂੰ ਕਿ ਸਿਮਰਨ ਕਰੋ, ਬੰਦਗੀ ਕਰੋ। ਮੇਰੇ ਕੋ ਵੀ ਆਉਣ ਦੀ ਲੋੜ ਨਹੀਂ ਆ। ਆਪਣੇ ਘਰਾਂ ਦੇ ਵਿੱਚ ਬੈਠ ਕੇ ਸਵੇਰੇ ਉੱਠੋ, ਅੰਮ੍ਰਿਤ ਵੇਲੇ ਸੰਭਾਲ ਕਰੋ, ਆਪਣੇ ਗੁਰੂ ਦੀ ਹਾਜ਼ਰੀ ਵਿੱਚ ਬਹਿ ਕੇ ਅਰਦਾਸ ਬੇਨਤੀ ਕਰਕੇ ਦੋ, ਧਿਆਨ ਧਰ ਕੇ ਬੈਠ ਜਾਓ ਆਪਣੇ ਘਰਾਂ ਦੇ ਵਿੱਚ। ਮੇਰੇ ਕੋ ਆਉਣ ਦੀ ਵੀ ਲੋੜ ਨਹੀਂ ਹੈਗੀ। ਆਪਣੇ ਘਰਾਂ 'ਚ ਬੈਠ ਕੇ ਸਿਮਰਨ ਕਰੋ, ਬੰਦਗੀ ਕਰੋ, ਫਿਰ ਤੁਹਾਨੂੰ ਪਰਮਾਤਮਾ ਮਿਲਣਾ ਹੈਗਾ। ਅਸਲੀ ਆਨੰਦ, ਅਸਲੀ ਸੁੱਖ ਤਾਂ ਮਿਲਣਾ ਜੇ ਤੁਸੀਂ ਭਗਤੀਆਂ, ਪਰਮਾਤਮਾ ਦੀ ਬੰਦਗੀ, ਸਿਮਰਨ ਤੁਸੀਂ ਕਾਰੋਬਾਰ ਚਲਾਉਣ ਵਾਸਤੇ ਕਰਦੇ ਹੋ ਤਾਂ ਤੁਸੀਂ ਆਪਣਾ ਸਮੇਂ ਖਰਾਬ ਕਰਦੇ ਹੋ, ਆਪਣੇ ਗੁਰੂ ਦਾ ਸਮੇਂ ਵੀ ਖਰਾਬ ਕਰਦੇ ਹੋ। ਕੋਈ ਲੋੜ ਨਹੀਂ ਸਾਡੇ ਕੋਲ ਆਉਣ ਦੀ। ਜੇ ਤੁਸੀਂ ਧੀਆਂ ਪੁੱਤਰਾਂ ਵਾਸਤੇ ਸਾਡੇ ਕੋਲ ਆਉਂਦੇ ਹੋ, ਕਾਰੋਬਾਰ ਚਲਾਉਣ ਵਾਸਤੇ ਸਾਡੇ ਕੋਲ ਆਉਂਦੇ ਹੋ, ਵਿਆਹ ਕਰਾਉਣ ਵਾਸਤੇ ਸਾਡੇ ਕੋਲ ਆਉਂਦੇ ਹੋ, ਕਾਰੋਬਾਰ ਚਲਾਉਣ ਵਾਸਤੇ ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ। ਆਪਣਾ ਸਮੇਂ ਨਾ ਖਰਾਬ ਕਰੋ, ਨਾ ਸਾਡਾ ਸਮੇਂ ਖਰਾਬ ਕਰੋ। ਜੇ ਤੁਹਾਨੂੰ ਪ੍ਰਭੂ ਨਾਲ ਪ੍ਰੇਮ ਆ, ਜੇ ਆਪਣੇ ਗੁਰੂ ਨਾਲ ਪ੍ਰੇਮ ਆ, ਤਾਂ ਤੁਸੀਂ ਉਹਦਾ ਕਹਿਣਾ ਮੰਨੋਗੇ। ਉਹ ਜੋ ਕਹਿ ਰਿਹਾ ਉਹ ਕਰੋ। ਇੱਕੋ ਕੰਮ ਦਿੱਤਾ ਤੁਹਾਨੂੰ ਕਿ ਸਿਮਰਨ ਕਰਨਾ ਬਈ। 24 ਘੰਟੇ 2.5 ਘੰਟੇ ਕਿਹਾ ਤੁਹਾਨੂੰ ਕਿ 2.5 ਘੰਟੇ ਰੋਜ਼ ਆਪਣਾ ਨੇਮ ਪੱਕਾ ਰੱਖੋ। ਫਿਰ ਆਪਣੇ ਸੰਸਾਰ ਦੇ ਜੋ ਤੁਹਾਡੇ ਕਾਰਜ ਨੇ, ਪਰਿਵਾਰ ਦੀ ਜ਼ਿੰਮੇਵਾਰੀਆਂ ਉਹ ਪੂਰੀਆਂ ਕਰੋ, ਨਾਲ ਨਾਲ ਆਪਣਾ ਅਭਿਆਸ ਕਰੋ। ਮੇਰੇ ਕੋਲ ਵੀ ਆਉਣ ਦੀ ਲੋੜ ਨਹੀਂ ਹੈਗੀ, ਗੁਰੂ ਕੋਲ ਵੀ ਆਉਣ ਦੀ ਲੋੜ ਨਹੀਂ ਹੈਗੀ। ਆਪਣੇ ਘਰਾਂ 'ਚ ਬੈਠ ਕੇ ਸਿਮਰਨ ਕਰੋ, ਬੰਦਗੀ ਕਰੋ। ਗੁਰੂ ਨੇ ਆਪ ਤੁਹਾਡੇ ਕੋਲ ਪਹੁੰਚ ਜਾਣਾ। ਗੁਰੂ ਨੇ ਆਪ ਤੁਹਾਨੂੰ ਸੁਪਨੇ ਦੇ ਦਰਸ਼ਨ ਦੇ ਦੇਣੇ। ਗੁਰੂ ਆਪ ਤੁਹਾਡੇ ਅੰਤਰ ਵਿੱਚ ਆ ਕੇ ਤੁਹਾਡੇ ਨਾਲ ਗੱਲ ਕਰੇਗਾ। ਪਰ ਤੁਹਾਡਾ ਅਭਿਆਸ ਪੱਕਾ ਹੋਣਾ ਚਾਹੀਦਾ, ਤੁਹਾਡਾ ਨਿਤਨੇਮ ਪੱਕਾ ਹੋਣਾ ਚਾਹੀਦਾ, ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ, ਗੁਰੂ ਨਾਲ ਪ੍ਰੇਮ ਹੋਣਾ ਚਾਹੀਦਾ। ਫਿਰ ਤੁਸੀਂ ਉਹਦੇ ਅੰਤਰ ਵਿੱਚ ਦਰਸ਼ਨ ਦੀਦਾਰ ਕਰ ਸਕਦੇ ਹੋ। ਗੁਰੂ ਕੋਲ ਆਉਣ ਦੀ ਲੋੜ ਨਹੀਂ ਪੈਣੀ। ਘਰ 'ਚ ਬੈਠ ਕੇ ਸਿਮਰਨ ਕਰੋ, ਆਪਣੇ ਬੰਦਗੀ ਕਰੋ ਆਪਣੇ ਘਰ 'ਚ ਬੈਠ ਕੇ। ਤੁਹਾਨੂੰ ਗੁਰੂ ਤੁਹਾਡੇ ਅੰਤਰ ਵੀ ਦਰਸ਼ਨ ਦੇਗਾ, ਤੁਹਾਨੂੰ ਸੁਪਨੇ ਜਾ ਕੇ ਤੁਹਾਨੂੰ ਦਰਸ਼ਨ ਦੇਗਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰੇਗਾ। ਭਗਤੀ ਕਰਦੇ ਹੋ ਤੁਸੀਂ, ਸਿਮਰਨ ਕਰਦੇ ਹੋ ਤੁਸੀਂ, ਬੰਦਗੀ ਕਰਦੇ ਹੋ ਤੁਸੀਂ, ਆਪਣੇ ਗੁਰੂ ਤੇ ਅਹਿਸਾਨ ਨਹੀਂ ਕਰਦੇ। ਤੁਸੀਂ ਭਗਤੀ ਆਪਣੇ ਵਾਸਤੇ ਕਰਨੀ ਹੈ, ਤੁਸੀਂ ਬੰਦਗੀ ਆਪਣੇ ਵਾਸਤੇ ਕਰਨੀ ਹੈ। ਇਹ ਜੀਵਨ, ਇਹ ਸਰੀਰ ਬਾਰ-ਬਾਰ ਨਹੀਂ ਮਿਲਦਾ। ਇਹ ਗੱਲ ਯਾਦ ਰੱਖੋ ਹਮੇਸ਼ਾ। ਇਹ ਸਰੀਰ ਇਹ ਬਾਰ-ਬਾਰ ਨਹੀਂ ਮਿਲਣਾ। ਜਿੰਨੇ ਮਰਜ਼ੀ ਤੁਸੀਂ ਸੋਨਾ ਚਾਂਦੀ ਦਾਨ ਕਰ ਲਓ, ਜਿੰਨੇ ਮਰਜ਼ੀ ਤੁਸੀਂ ਦਾਨ ਪੁੰਨ ਕਰ ਲਓ, ਜਿੰਨੇ ਮਰਜ਼ੀ ਤੁਸੀਂ ਇੱਕ ਦੂਜੇ ਦੀ ਸਹਾਇਤਾ ਕਰ ਲਓ, ਇਹ ਸਰੀਰ ਇਸ ਤਰ੍ਹਾਂ ਨਹੀਂ ਮਿਲਦਾ। ਇਹ ਸਰੀਰ ਮਿਲੂਗਾ ਜੇ ਬੰਦਗੀ ਕਰੋਗੇ, ਭਗਤੀ ਕਰੋਗੇ। ਫਿਰ ਸ਼ਾਇਦ ਉਹ ਪ੍ਰਮਾਤਮਾ ਚਾਹੇ ਤੁਹਾਨੂੰ ਇਹ ਸਰੀਰ ਦੇ ਸਕਦਾ, ਨਹੀਂ ਤਾਂ ਉਹਨੇ ਆਪਣੇ ਕੋਲ ਰੱਖ ਲੈਣਾ ਤੁਹਾਨੂੰ। ਜੇ ਤੁਸੀਂ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤਾਂ ਤੁਹਾਨੂੰ ਕੁੱਤੇ ਬਿੱਲੇ ਬਣਨਾ ਪੈਣਾ, 84 ਲੱਖ ਜੁਨੀਆਂ ਵਿੱਚ ਜਾਣਾ ਪੈਣਾ। ਇਹ ਪੱਕੀ ਗਰੰਟੀ ਹੈ। ਇਹ ਆਪਣੇ ਆਪ ਨੂੰ ਪਹਿਚਾਣ ਕਰਨ ਦੀ ਕੋਸ਼ਿਸ਼ ਕਰੋ। ਇਹ ਜੀਵਨ ਦੀ ਕਦਰ ਕਰੋ, ਇਸ ਮਨੁੱਖੇ ਝੋਲੇ ਦੀ ਕਦਰ ਕਰੋ। ਗੁਰੂ ਨੇ ਤੁਹਾਡੇ ਕੀ ਲੈਣਾ? ਤੁਹਾਡੇ ਕੋਲ ਤੁਹਾਡੇ ਨਾਲ ਪ੍ਰੇਮ ਕਰਦਾ, ਤੁਹਾਡੇ ਤੋਂ ਆਸ ਆ, ਤੁਹਾਡੇ ਤੋਂ ਉਮੀਦ ਆ ਉਹਨੂੰ ਕਿ ਮੇਰੇ ਬੱਚੇ ਭਗਤੀ ਕਰੋਗੇ। ਇੱਕ ਕੰਮ ਦਿੱਤਾ, ਤੁਸੀਂ ਉਹੀ ਨਹੀਂ ਕਰ ਸਕਦੇ, ਹੋਰ ਤੁਸੀਂ ਕੀ ਕਰ ਸਕਦੇ ਹੋ? ਸਾਡੇ ਇੱਕ ਕਾਰੋਬਾਰ ਨਹੀਂ ਹੁੰਦਾ, ਇੱਕ ਕੰਮ ਨਹੀਂ ਚੱਲਦਾ, ਅਸੀਂ ਗੁਰੂ ਨੂੰ ਛੱਡ ਕੇ ਦੂਜੇ ਦਰ ਚਲੇ ਜਾਂਦੇ ਹਾਂ। ਅਸੀਂ ਪੰਡਤਾਂ ਕੋਲ ਚੱਲੇ ਟੇਵੇ ਚੱਕ ਲੈਂਦੇ ਹਾਂ। ਬੱਚਾ ਬਿਮਾਰ ਹੋਵੇ, 2 ਦਿਨ ਠੀਕ ਨਾ ਹੋਵੇ, ਅਸੀਂ ਟੇਵੇ ਚੱਕ ਕੇ, ਜਨਮ ਪੱਤਰੀਆਂ ਚੱਕ ਕੇ ਪੰਡਤਾਂ ਕੋਲ ਭੱਜ ਜਾਂਦੇ ਹਾਂ। ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹਾਂ। ਤੁਸੀਂ ਪੜ੍ਹ ਲਿਖ ਕੇ ਵੀ ਲੋਕ ਅਨਪੜ੍ਹ ਹੋ ਗਏ। ਤੁਸੀਂ ਇੰਨੀ ਵੱਡੀਆਂ ਵੱਡੀਆਂ ਡਿਗਰੀਆਂ ਲੈ ਲਈਆਂ, BA ਕਰ ਲਈ, MA ਪੜ੍ਹਾਈਆਂ ਕਰ ਲਈਆਂ ਤੁਸੀਂ,
ਇੰਨਾ ਪੜ੍ਹ ਕੇ ਵੀ ਤੁਹਾਡੇ ਮਨਾਂ ਦੇ ਵਿੱਚ ਅੰਧ ਵਿਸ਼ਵਾਸ ਔਰ ਵਹਿਮ ਨਹੀਂ ਨਾ ਗਿਆ ਤਾਂ ਤੁਹਾਡਾ ਸਾਰਾ ਪੜ੍ਹਿਆ ਪੜਾਇਆ ਸਭ ਬੇਕਾਰ ਆ। ਤਾਂ ਹੀ ਕਹਿੰਦੇ ਜਿਹੜਾ ਪ੍ਰਭੂ ਦਾ ਸਫ਼ਰ ਆ, ਭਗਤੀ ਦਾ ਸਫ਼ਰ ਆ, ਇਹ ਅਨਪੜ੍ਹ ਬੰਦਿਆਂ ਦਾ ਰਸਤਾ ਹੈ। ਜ਼ੀਰੋ ਹੋਇਓ, ਜ਼ੀਰੋ। ਜੇ ਤੁਸੀਂ ਹੀਰੋ ਬਣਨਾ ਚਾਹੁੰਦੇ ਹੋ ਇਸ ਸਫ਼ਰ ਦੇ ਵਿੱਚ ਤਾਂ ਜ਼ੀਰੋ ਹੋ ਜਾਓ। ਪਰਮਾਤਮਾ ਨੂੰ ਚਾਹੁੰਦੇ ਹੋ, ਪਾਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਜ਼ੀਰੋ ਕਰ ਦਿਓ, ਫਿਰ ਤੁਸੀਂ ਹੀਰੋ ਬਣੋਗੇ। ਤੁਸੀਂ ਕਥਾ ਕਹਾਣੀਆਂ ਪੜ੍ਹਦੇ ਹੋ, ਧਰਮਾਂ ਦੇ ਗ੍ਰੰਥ ਪੜ੍ਹਦੇ ਹੋ, ਐਡੇ ਵੱਡੇ ਟਾਂ ਦੇ ਗ੍ਰੰਥ ਪੜ੍ਹਦੇ ਹੋ, ਜਿਹੜੇ ਮਹਾਂਪੁਰਸ਼ਾਂ ਦੀ ਯਾਦ ਕਰਦੇ ਆ, ਉਹਨਾਂ ਦਾ ਜੀਵਨ ਪੜ੍ਹ ਕੇ ਤਾਂ ਦੇਖੋ। ਪ੍ਰੇਮ ਦਾ ਕੀ ਮਤਲਬ ਹੁੰਦਾ? ਪ੍ਰੇਮ ਦਾ ਮਤਲਬ ਹੁੰਦਾ ਲੁਟਾਣਾ। ਪ੍ਰੇਮ ਦਾ ਮਤਲਬ ਦੇਣਾ। ਤੁਸੀਂ ਤਾਂ ਮੰਗੀ ਜਾਂਦੇ ਹੋ, ਮੰਗਤੇ ਬਣੀ ਜਾਂਦੇ ਹੋ, ਭਿਖਾਰੀ ਬਣੀ ਜਾਂਦੇ ਹੋ। ਤੁਸੀਂ ਤਾਂ ਬਾਦਸ਼ਾਹ ਦੇ ਪੁੱਤਰ ਹੋ ਗਏ, ਅਸੀਂ ਭਿਖਾਰੀ ਬਣਦੇ ਫਿਰ। ਪਰਮਾਤਮਾ ਤੁਹਾਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਬਾਦਸ਼ਾਹ ਪੁੱਤਰ ਬਾਦਸ਼ਾਹ ਹੁੰਦੇ ਆ, ਪਰ ਤੁਸੀਂ ਭਿਖਾਰੀ ਬਣ ਕੇ ਰਹਿ ਰਹੇ ਹੋ। ਆਹ ਦੇ ਦੇ, ਉਹ ਦੇ ਦੇ, ਉਹ ਦੇ ਦੇ, ਆਹ ਦੇ ਦੇ। ਕਦੇ ਉਹਨੂੰ ਵੀ ਮੰਗ ਲਿਆ ਕਰੋ ਕਿ ਪਰਮਾਤਮਾ ਮੈਨੂੰ ਤੂੰ ਚਾਹੀਦਾ, ਪਰਮਾਤਮਾ ਤੈਨੂੰ ਮੈਂ ਮਿਲਣਾ ਚਾਹੁੰਦਾ, ਗੁਰੂ ਮੈਂ ਤੇਰੇ ਨਾਲ ਪ੍ਰੇਮ ਕਰਦਾ, ਗੁਰੂ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਗੁਰੂ ਜੀ ਮੈਂ ਤੁਹਾਨੂੰ ਦੇਖਣਾ ਚਾਹੁੰਦਾ। ਇਹ ਜਿਹਾ ਆਪਣੇ ਅੰਦਰ ਤੜਫਤਾ ਪੈਦਾ ਕਰੋ, ਫਿਰ ਤੁਹਾਨੂੰ ਪਰਮਾਤਮਾ ਮਿਲਣਾ। ਉਸ ਪ੍ਰਭੂ ਦੇ ਘਰ, ਉਸ ਸੱਚਖੰਡ ਦੇ ਵਿੱਚ, ਉਸ ਪਿਤਾ ਪਰਮੇਸ਼ਰ ਅੱਲਾ ਵਾਹਿਗੁਰੂ ਦੇ ਕੋਲ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਪਹੁੰਚਦਾ। ਸਾਡੇ ਸਮਾਜ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਸੰਸਾਰ ਦੇ ਵਿੱਚ ਪ੍ਰਚਾਰ ਦੀ ਕੋਈ ਕਮੀ ਨਹੀਂ ਹੈਗੀ। ਸਵੇਰੇ 2 ਵਜੇ 3 ਵਜੇ ਸਪੀਕਰ ਸ਼ੁਰੂ ਹੋ ਜਾਂਦੇ ਆ, ਰਾਤ ਦਿਨ ਹੀ ਪ੍ਰਚਾਰ ਕਰੀਏ, 24 ਘੰਟੇ ਪ੍ਰਚਾਰ ਕਰੀ ਜਾ ਰਹੇ। ਪ੍ਰਚਾਰ ਦੀ ਕੋਈ ਕਮੀ ਨਹੀਂ ਹੈਗੀ, ਪਰ ਅਮਲ ਨਹੀਂ ਕਰਦੇ ਪਏ ਅਸੀਂ। ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਇਹ ਸੰਸਾਰ, ਜਿਹੜੇ ਲੋਕ ਕਹਿੰਦੇ ਸੀ ਮੇਰੇ ਬਿਨਾ ਮੇਰੇ ਪਰਿਵਾਰ ਦਾ ਕੀ ਹੋਊਗਾ, ਜਿਹੜੇ ਕਹਿੰਦੇ ਮੇਰੇ ਬਿਨਾ ਮੇਰੇ ਪਰਿਵਾਰ ਦਾ ਕੀ ਹੋਊਗਾ, ਅੱਜ ਉਹਦੇ ਬਿਨਾ ਹੀ ਪਰਿਵਾਰ ਚੱਲਦਾ ਪਿਆ। ਜਿਹੜਾ ਕਹਿੰਦੇ ਮੇਰੇ ਬਿਨ ਮੈਂ ਨਹੀਂ ਕਰਾਂਗਾ ਤਾਂ ਇਦਾਂ ਹੋ ਜਾਊਗਾ, ਉਦਾਂ ਅੱਜ ਉਹਦੇ ਬਿਨਾ ਸਭ ਕੁਝ ਹੋ ਰਿਹਾ। ਸੰਸਾਰ ਕਦੇ ਨਹੀਂ ਰੁਕਣ ਵਾਲਾ, ਪਰਿਵਾਰ ਕਦੇ ਰੁਕਣ ਨਹੀਂ ਵਾਲਾ। ਇਹ ਸਮੇਂ ਦੀ ਚਾਲ ਆ। ਇਹ ਸੰਸਾਰ ਪਤਨੀ ਅੱਜ ਦਾ ਨਹੀਂ ਹੈਗਾ। ਕਿੰਨੇ ਯੁੱਗ ਬੀਤ ਗਏ। ਸਤਯੁਗ ਚਲਾ ਗਿਆ, ਤ੍ਰੇਤਾ ਚਲੇ ਗਿਆ, ਦੁਆਪਰ ਚਲੇ ਗਿਆ, ਕਲਯੁਗ ਆ ਗਿਆ। ਤੁਹਾਡੀ ਉਮਰਾਂ ਦੇਖੋ ਕਿੰਨੀਆਂ। ਇਹ ਸੰਸਾਰ ਚੱਲੀ ਜਾਣਾ, ਸੰਸਾਰ ਨਹੀਂ ਰੁਕਣ ਵਾਲਾ ਹੈਗਾ। ਪਰ ਆਪਣੇ ਆਪ ਨੂੰ ਜਿੰਦੇ ਜੀ ਇਸ ਮਨੁੱਖੀ ਝੋਲੇ ਵਿੱਚ ਰਹਿੰਦੇ ਹੋਏ ਆਪਣੇ ਆਪ ਦੀ ਪਹਿਚਾਣ ਕਰ ਲਓ, ਆਪਣੇ ਆਪ ਨੂੰ ਜਾਣ ਲਓ, ਗੁਰੂ ਦਾ ਕਹਿਣਾ ਮੰਨੋ। ਗੁਰੂ ਨੂੰ ਤੁਹਾਡੇ ਤੋਂ ਕੋਈ ਉਮੀਦ ਨਹੀਂ, ਕੋਈ ਆਸ ਨਹੀਂ ਹੈਗੀ। ਫਿਰ ਤੁਸੀਂ ਆਪਣੇ ਗੁਰੂ ਨਾਲ ਧੋਖਾ ਕਰਦੇ ਹੋ। ਜੇ ਗੁਰੂ ਨਾਲ ਤੁਸੀਂ ਕਹਿੰਦੇ ਹੋ ਕਿ ਮੈਂ ਗੁਰੂ ਨਾਲ ਜੁੜ ਕੇ ਗੁਰੂ ਬੰਦਗੀ ਕਰਕੇ ਸ਼ਾਇਦ ਮੈਂ ਅਮੀਰ ਬਣ ਜਾਵਾਂ, ਸ਼ਾਇਦ ਮੇਰਾ ਕਾਰੋਬਾਰ ਚੱਲਣ ਲੱਗ ਜਾਵੇ, ਤਾਂ ਅਸੀਂ ਗੁਰੂ ਨਾਲ ਆਪਣਾ ਸਮੇਂ ਖਰਾਬ ਕਰਨ ਦੀ ਲੋੜ ਨਹੀਂ। ਗੁਰੂ ਦਾ ਸਮੇਂ ਖਰਾਬ ਕਰਨ ਦੀ ਲੋੜ, ਆਪਣੇ ਘਰਾਂ 'ਚ ਬੈਠੋ। ਫਿਰ ਤੁਸੀਂ ਆਪਣੇ, ਜੇ ਸਾਡੇ ਨਾਲ ਪ੍ਰੇਮ ਕਰਦੇ ਹੋ, ਗੁਰੂ ਨਾਲ ਪ੍ਰੇਮ ਕਰਦੇ ਹੋ, ਆਪਣੇ ਉਸ ਪਿਤਾ ਪਰਮੇਸ਼ਰ ਨਾਲ ਪ੍ਰੇਮ ਕਰਦੇ ਹੋ, ਤਾਂ ਮੰਗਣਾ ਛੱਡ ਦਿਓ, ਦੇਣਾ ਸਿੱਖੋ, ਆਪਣੇ ਆਪ ਨੂੰ ਸਮਰਪਣ ਕਰ ਦਿਓ ਉਹਦੇ ਵਿੱਚ। ਇੱਕ ਵਾਰ ਭਗਤੀ ਕਰਕੇ ਤਾਂ ਦੇਖੋ, ਜਦੋਂ ਤੁਸੀਂ ਉਹਦੇ ਇਮਤਿਹਾਨਾਂ ਵਿੱਚੋਂ ਪਾਸ ਹੋ ਗਏ, ਤੁਹਾਨੂੰ ਰਾਜੇ ਮਹਾਰਾਜੇ ਨੇ ਆਪਣੇ ਆਪ ਬਣਾ ਦੇਣਾ। ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ। ਜਿਹੜਾ ਦੇਣਾ ਜਾਣਦਾ ਉਹ ਦਿਲ ਦੀਆਂ ਵੀ ਜਾਣਦਾ ਹੈ, ਜਿਹੜਾ ਦਿਲ ਦੀਆਂ ਜਾਣਦਾ ਉਹ ਦੇਣਾ ਵੀ ਜਾਣਦਾ ਹੈ। ਇਸ ਕਰਕੇ ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰੋ। ਭਗਤੀ ਤੁਸੀਂ ਆਪਣੇ ਵਾਸਤੇ ਕਰਨੀ ਆ, ਆਪਣੀ ਲੋੜ ਵਾਸਤੇ ਕਰਨੀ ਆ, ਆਪਣੀ ਜ਼ਰੂਰਤ ਵਾਸਤੇ ਕਰਨੀ ਆ। ਗੁਰੂ ਤੇ ਤੁਸੀਂ ਕੋਈ ਅਹਿਸਾਨ ਨਹੀਂ ਕਰਦੇ, ਠੀਕ ਹੈ। ਇਸ ਤਰ੍ਹਾਂ ਗੁਰੂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈਗਾ, ਠੀਕ ਹੈ। ਇਸ ਕਰਕੇ ਆਪਣੀ, ਜੇ ਪ੍ਰਭੂ ਨੂੰ ਤੁਸੀਂ ਪ੍ਰੇਮ ਕਰਦੇ ਹੋ, ਗੁਰੂ ਨਾਲ ਪ੍ਰੇਮ ਕਰਦੇ ਹੋ, ਰੋਜ਼ ਭਜਨ ਸੇਵਾ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ ਆਪਣੀ। 24 ਘੰਟੇ, 2.5 ਘੰਟੇ, 3 ਘੰਟੇ ਰੋਜ਼ ਸਿਮਰਨ ਕਰੋ। ਬਾਕੀ 22-23 ਘੰਟੇ ਜੋ ਹੈਗੇ ਤੁਸੀਂ ਸੰਸਾਰ ਦੇ ਕੰਮਾਂ ਲਈ ਬਹੁਤ ਆ, ਸੰਸਾਰ ਦੇ ਵਿੱਚ ਰੋਣ ਧੋਣ ਲਈ ਬਹੁਤ ਹੈਗੇ ਆ। ਇਹ ਦੁੱਖ ਸੁੱਖ ਸਰੀਰ ਦੇ ਜ਼ਰੂਰੀ ਅੰਗ ਨੇ। ਦੁੱਖ ਆ ਗਿਆ, ਸੁੱਖ ਆ ਗਿਆ, ਸੁੱਖ ਆ ਗਿਆ, ਦੁੱਖ ਆ ਗਿਆ, ਇਹ ਚੱਲੀ ਜਾਣਾ। ਜਿੱਥੇ ਫੁੱਲ ਆ ਉੱਥੇ ਕੰਢੇ ਆ, ਜਿੱਥੇ ਦਿਨ ਆ ਉੱਥੇ ਰਾਤ ਆ, ਜਿੱਥੇ ਪੁੱਠਾ ਉੱਥੇ ਸਿੱਧ ਆ। ਜਦ ਤੱਕ ਤੁਸੀਂ ਸੰਸਾਰ 'ਚੋਂ, ਇਹ ਸੰਸਾਰ ਵਿੱਚ ਦੁੱਖਾਂ ਦਾ ਘਰ ਹੈਗਾ। ਇੱਥੇ ਦੁੱਖ ਹੀ ਦੁੱਖ ਆ, ਸੁੱਖ ਸਿਰਫ ਪਰਮਾਤਮਾ ਦੇ ਨਾਮ ਵਿੱਚ ਆ, ਠੀਕ ਆ। ਇਹ ਜੋ ਤੁਸੀਂ ਦੁਖੀ ਹੋ, ਇਹ ਤੁਹਾਡੇ ਆਪਣੇ ਕਰਮ ਨੇ। ਤੁਸੀਂ ਸੁਖੀ ਹੋ, ਇਹ ਤੁਹਾਡੇ ਆਪਣੇ ਕਰਮ ਨੇ। ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਇਹ ਤੁਹਾਡੇ ਕਰਮ ਨੇ। ਗੁਰੂ ਦਾ ਕੋਈ ਦੋਸ਼ ਨਹੀਂ ਇਹਦੇ ਵਿੱਚ, ਪਰਮਾਤਮਾ ਦਾ ਕੋਈ ਦੋਸ਼ ਨਹੀਂ ਇਹਦੇ ਵਿੱਚ। ਤੁਹਾਡੇ ਕਰਮਾਂ ਦੇ ਸੌਦੇ ਨੇ।
इस गल हमेशा याद रखो, शॉर्टकट रास्ते ना अपनाओ, अपने आप की पहचान करो। गुरु ने तुहानूं इक्को काम दिता, सिमरन करो बेटे, अपने घरां 'च बैठ के करो, मेरे को भी आने की लोड़ नहीं हैगी। सिमरन करो, बंदगी करो। तुहानूं गुरु जे तुसीं रोज़ नेम पक्का होऊगा, रोज़ तुसीं बंदगी करोगे, गुरु तुहानूं आप अंतर भी दर्शन देगे आके, तुहानूं घर 'च दर्शन मिलोगे, अपने सुपने आके तुहाडे नाल गल्लां करेगा, तुहाडे अंतर भी तुहाडे दर्शन देगे। एक बार निष्काम भगती करके तो देखो, बिना इच्छा रख के भगती करके तो देखो। जिन्हां संतां महापुरुष फकीरां नूं याद करदे आ, सुदामा देख लो, कृष्ण की भगती किन्नी कीती सुदामा ने। उन्हें तो कभी नहीं कहा सी मैनू महल दे, मैनू कोठियां दे, कारां दे। सुदामे देखो किन्नी भगती आ। बाबा फरीद जी लै लो, किन्नी भगती की आ। जंगलों च इन्ना भाजा, पत्ते खाधे उन्होंने, थलों चक चक के फल खाधे नहीं। उन्होंने तो कहा नहीं मैनू कोठियां दे, महल दे। उन्हें हमेशा अपने गुरु नूं मंगया, उस परमात्मा नूं मंगया। अमीर खुसरो अपनी जुत्ती, गुरु की जुत्ती की खातर अमीर खुसरो ने अपने गुरु की जुत्ती खरीदने के लिए अपने ऊँट त्याग के अपना सारा ऐशो आराम देता, पैसे देते, धन दौल देते। कहते सीस दिए सतगुरु मिले फिर भी सस्ता जान। अगर सिर दे के भी तुसीं परमात्मा मिलता, सिर दे के भी तुहानूं गुरु मिलता, तां भी कह दो सस्ता सौदा मिलिया, तुहानूं सस्ता सौदा कर लिया तुसीं। इस करके गुरु नूं दोष ना दिओ। गुरु जो कहता वो करके तो देखो। माँ बाप कभी नहीं चाहते मेरे बच्चे दुखी रहन, माँ बाप हमेशा कहते मेरे बच्चे सुखी रहन, खुश रहन, हाँ मेरे सामने हंसते खेडते रहन। इसी तरह परमात्मा है, परमात्मा दे असी बच्चे हाँ। परमात्मा कभी नहीं चाहता कि मेरे बच्चे दुखी रहन, वो हमेशा कहना खुश रहन, सुखी रहन। पर यदा एक सिस्टम आ, भगती करनी पैनी है, सिमरन करना पैना, बंदगी करनी पैनी है। अपनी लोड़ वास्ते बंदगी करनी है, अपनी लोड़ वास्ते भगती करनी है। गुरु तुहानूं जगाण वास्ते आंदा। गुरु तां ही इकल्ले चलते रहंदे। गुरु हमेशा जिहड़े गुरमुख बंदे दी कदे भीड़ नहीं हुंदी। देखी कदे गुरमुख बंदे दी भीड़, इस करके भीड़ नहीं हुंदी। मनमुखा की भीड़ लगी रहिंदी है, मेले लगे रहंदे। देखो समाज आप देखते पे हैं, भरिया पिया मेलिਆਂ नाल। ये मेला मेला देखण आए लोग, इन्होंने पता ही नहीं है असीं संसार विच करन की आए हैं, ये जीवन का मकसद की है, इन्होंने लोगों को पता ही नहीं है। कई लोगों को रब तक याद नहीं, रब याद नहीं है। हाए पैसा, हाए मर गए, हाए लुट गए, हाए इदा, हाए इदा। बस पैसे की दौड़ दे अपने आप की पहचान करनी पई। जो लास्ट समा आंदा, बुढ़ापा आ जांदा, फिर रब याद आंदा, हड्डो गोडे रह गए तो नाम जपण बह गए। फिर पता नहीं गारंटी नहीं हैगी शरीर मिले ना मिले। फिर इस करके पहले ही अपनी भगती करनी शुरू कर दो, बंदगी करनी शुरू कर दो। ये करनी ही पैनी है। प्यार ना कर लो ठीक है, नहीं तो उन्हें धक्के ना करा लेनी है। ये दुख जो आते ने ये वधिया दुख आते ने, परमात्मा शुकराना करो, प्रभु मैनू दुख दिता, मैनू तू अपनी याद दिलाने का तरीका दिता। दुख ही है परमात्मा का नाम, हमेशा याद रखो। दुख ही परमात्मा का नाम है। दुख आते हैं तां ही सानू परमात्मा याद आता। जे दुख ही ना आन तां परमात्मा नूं कौन याद करे। सुख भी कोई परमात्मा याद करता, जे सुख भी परमात्मा नूं असीं याद किया हुंदा ते सानू कदे दुख ही ना आंदे। दुख तां ही आंदे आ जो असीं परमात्मा नूं भुल जांदे आ। बीमारियां तां ही सानू लगदियां जो असीं परमात्मा नूं भुल जांदे आ। ये परमात्मा नूं याद दिलाउण दा दुख तां ही आंदे सानू, ये परमात्मा नूं याद कराउण दा तरीका आ। परमात्मा नूं प्रेम करो, गुरु का कहना मनो, गुरु की हुक्म की पालना करो। गुरु जिस तरह कह रहा उस तरह भगती करके तो देखो। एक क्लास पास करने वास्ते 365 दिन लगते आ, फिर दूसरी क्लास इंसान आता आ। असी कहने अज असी भगती की तो कल सानू रिजल्ट मिल जाए। असी अज बीज धरती में पैदा किया, पाया बोया तो कल साडा बूटा लग जाए, ऐसा हो सकता? अज किसानों ने फसल बीजी आ, 6 महीने 3 महीने 4 महीने वेट करनी पैंदी, इंतजार करना पैंदा, फिर फसल उगती है। फिर उन्हें पक्कन का इंतजार करते हैं कि फसल पक जाए फिर असीं वढ़ीए। तो तुसीं कहने अज असीं भगती करते हैं, जे 2 घंटे बैठन की लग गए
ਤੁਸੀਂ ਕਹਿੰਦੇ ਸਾਡਾ ਕਾਰੋਬਾਰ ਨਹੀਂ ਚੱਲਦਾ, ਸਾਡਾ ਕੰਮ ਨਹੀਂ ਚੱਲਦਾ, ਸਾਡਾ ਆਹ ਨਹੀਂ ਹੋਇਆ, ਸਾਡਾ ਉਹ ਨਹੀਂ ਹੋਇਆ। ਇਹ ਰੋਣੇ ਧੋਣੇ ਆਪਣੇ ਕੋਲ ਰੱਖੋ, ਇਹ ਗੁਰੂ ਨੂੰ ਸੁਣਾਉਣ ਦੀ ਲੋੜ ਨਹੀਂ ਹੈਗੀ। ਗੁਰੂ ਤੁਹਾਨੂੰ ਜੋ ਕਹਿੰਦਾ ਉਹ ਕੰਮ ਕਰੋ। ਜੇ ਤੁਹਾਡਾ ਨੇਮ ਪੱਕਾ ਆ, ਤੁਹਾਡਾ ਅਭਿਆਸ ਪੱਕਾ, ਤੁਸੀਂ ਗੁਰੂ ਦੀ ਹੁਕਮ ਦੀ ਪਾਲਣਾ ਕੀਤੀ, ਗੁਰੂ ਦੇ ਕਹਿਣ ਅਨੁਸਾਰ ਤੁਸੀਂ ਬੰਦਗੀ ਕੀਤੀ ਆ, ਫਿਰ ਤੁਸੀਂ ਗੁਰੂ ਨੂੰ ਕੁਐਸਚਨ ਕਰਕੇ ਦੇਖਿਓ, ਤੁਹਾਨੂੰ ਗੁਰੂ ਹਰ ਗੱਲ ਦਾ ਉੱਤਰ ਦੇਵੇਗਾ। ਫਿਰ ਤੁਸੀਂ ਗੁਰੂ ਨੂੰ ਉੱਤਰ ਕਰ ਸਕਦੇ ਹੋ, ਗੁਰੂ ਨੂੰ ਸਵਾਲ ਕਰ ਸਕਦੇ ਹੋ, ਜੇ ਤੁਸੀਂ ਗੁਰੂ ਦਾ ਕਹਿਣਾ ਮੰਨਦੇ ਹੋ। ਗੁਰੂ ਦੇ ਕਹਿਣ ਅਨੁਸਾਰ ਬੰਦਗੀ ਕਰਕੇ ਤਾਂ ਦੇਖੋ, ਗੁਰੂ ਜੋ ਕਹਿ ਰਿਹਾ ਉਹਦੇ ਹੁਕਮ ਦੀ ਪਾਲਣਾ ਤਾਂ ਕਰਕੇ ਦੇਖੋ। ਜੋ ਤੁਸੀਂ ਉਹਦੇ ਹੁਕਮ ਅਨੁਸਾਰ ਚੱਲੋਗੇ, ਉਹਦੇ ਹੁਕਮ ਦੇ ਵਿੱਚ ਰਹੋਗੇ, ਉਹ ਜਿਸ ਤਰ੍ਹਾਂ ਗੁਰੂ ਕਹਿ ਰਿਹਾ ਉਸ ਤਰ੍ਹਾਂ ਤੁਸੀਂ ਭਗਤੀ ਕਰੋਗੇ, ਫਿਰ ਤੁਸੀਂ ਗੁਰੂ ਨਾਲ ਸਵਾਲ ਕਰ ਸਕਦੇ ਹੋ। ਫਿਰ ਤੁਹਾਨੂੰ ਉਸ ਗੁਰੂ ਤੁਹਾਡੇ ਸਵਾਲਾਂ ਦਾ ਜਵਾਬ ਦੇ ਦੇਗਾ। ਉਸ ਤੋਂ ਪਹਿਲਾਂ ਜਦ ਤੱਕ ਤੁਸੀਂ ਕੋਈ ਸਵਾਲ ਨਾ ਕਰੋ ਗੁਰੂ ਦੇ ਨਾਲ, ਕੋਈ ਕੁਐਸਚਨ ਨਹੀਂ ਕਰਨਾ ਗੁਰੂ ਨੂੰ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹੋ, ਰੋਜ਼ ਬੰਦਗੀ ਕਰਦੇ ਰਹੋ। ਸੰਸਾਰ ਜਿਸ ਤਰ੍ਹਾਂ ਸਕੂਲ ਪੜ੍ਹਦੇ ਆਪਾਂ 365 ਦਿਨ 365 ਦਿਨ ਪੜ੍ਹਦੇ ਆ, ਪੜ੍ਹ ਕੇ ਨਵੀਂ ਕਲਾਸ ਜਾਣਾ ਪੈਂਦਾ, ਫਿਰ ਦੂਜੀ ਕਲਾਸ, ਫਿਰ ਤੀਜੀ ਕਲਾਸ, ਫਿਰ ਚੌਥੀ। ਇਸੇ ਤਰ੍ਹਾਂ ਅਧਿਆਤਮ ਦੇ ਸਫ਼ਰ ਦੇ ਵਿੱਚ ਸਾਡੇ ਪੈਰ ਪੈਰ ਤੇ ਇਮਤਿਹਾਨ ਹੋਣੇ ਆ, ਤਰ੍ਹਾਂ ਤਰ੍ਹਾਂ ਸਾਡੇ ਇਮਤਿਹਾਨ ਹੋਣੇ ਆ। ਇਸ ਇਮਤਿਹਾਨਾਂ ਦੇ ਵਿੱਚੋਂ ਪਾਸ ਤੁਸੀਂ ਹੋਣਾ, ਕਿਸ ਤਰ੍ਹਾਂ ਆਉਣਾ ਤੁਸੀਂ ਦੇਖਣਾ ਹੈਗਾ। ਇਸ ਕਰਕੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਸਮਰਪਣ ਕਰ ਦਿਓ, ਸਮਰਪਣ ਕਰ ਦਿਓ ਆਪਣੇ ਆਪ। ਗੁਰੂ ਚਾਹੇ ਤੂੰ ਮਾਰ ਲਾ ਚਾਹੇ ਰੱਖ ਲਾ, ਤੇਰੀ ਮੌਜ ਆ, ਅਸੀਂ ਤੇਰੇ ਹੁਕਮ ਦੀ ਪਾਲਣਾ ਕਰਾਂਗੇ, ਤੇਰੀ ਬੰਦਗੀ ਕਰਾਂਗੇ, ਤੇਰੀ ਭਗਤੀ ਕਰਾਂਗੇ। ਮੀਰਾ ਬਾਈ ਨੇ ਪਰਮਾਤਮਾ ਦੇ ਲਈ ਆਪਣਾ ਐਸ਼ੋ ਆਰਾਮ ਤਿਆਗ ਦਿੱਤਾ, ਆਪਣੇ ਮਹਿਲ ਤਿਆਗ ਦਿੱਤੇ ਉਹਨੇ। ਫਿਰ ਮੀਰਾ ਬਾਈ ਨੂੰ ਅਸੀਂ ਅੱਜ ਲੋਕ ਯਾਦ ਕਰਦੇ ਹਾਂ ਤੇ ਕ੍ਰਿਸ਼ਨ ਨੂੰ ਪਾਇਆ, ਉਹਨੇ ਭਗਤੀ ਕੀਤੀ ਹੈ। ਮਹਾਤਮਾ ਬੁੱਧ ਨੇ ਪਰਮਾਤਮਾ ਦੇ ਲਈ ਆਪਣਾ ਮਹਿਲ ਤਿਆਗ ਤੇ ਆਪਣਾ ਐਸ਼ੋ ਆਰਾਮ ਤਿਆਗ ਦਿੱਤਾ। ਪਰ ਅਸੀਂ ਲੋਕ ਮੂਰਖ ਲੋਕ, ਅਸੀਂ ਭਗਤੀ ਛੱਡੀ ਜਾਂਦੇ ਹਾਂ। ਮੇਰਾ ਦਿਲ ਨਹੀਂ ਕਰਦਾ ਭਗਤੀ ਕਰਨ ਨੂੰ, ਮੇਰਾ ਮਨ ਨਹੀਂ ਕਰਦਾ ਭਗਤੀ ਕਰਨ ਨੂੰ, ਮੇਰਾ ਦਿਲ ਨਹੀਂ ਕਰਦਾ ਸਿਮਰਨ ਕਰਨ ਨੂੰ। ਇਹ ਤਰ੍ਹਾਂ ਤਰ੍ਹਾਂ ਦੇ ਸਵਾਲ ਅਸੀਂ ਕਰਦੇ ਹਾਂ। ਤੁਸੀਂ ਆਪਣੇ ਲੋੜ ਵਾਸਤੇ ਭਗਤੀ ਕਰਨੀ ਆ, ਆਪਣੀ ਜ਼ਰੂਰਤ ਵਾਸਤੇ ਭਗਤੀ ਕਰਨੀ ਹੈ। ਜੇ ਸਦਾ ਸਦਾ ਦੀ ਖੁਸ਼ੀਆਂ ਚਾਹੁੰਦੇ ਹੋ, ਸਦਾ ਸਦਾ ਸੁਖੀ ਹੋਣਾ ਚਾਹੁੰਦੇ ਹੋ, ਤਾਂ ਰੋਜ਼ ਭਜਨ ਸੇਵਾ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ ਆਪਣੀ। 24 ਘੰਟੇ ਜੋ 2.5-3 ਘੰਟੇ ਨਹੀਂ ਤੁਸੀਂ ਕੱਢ ਸਕਦੇ। ਇਹ ਦਸਮੰਦ ਬੰਦਾ 2.5-3 ਘੰਟੇ ਇੰਨੇ ਕਰ ਲਓ, ਤੁਹਾਡੇ ਲਈ ਇੰਨੀ ਬਹੁਤ ਆ। ਫਿਰ ਵੀ ਪ੍ਰਮਾਤਮਾ ਤੁਹਾਡੇ ਤੋਂ ਖੁਸ਼ ਆ, ਗੁਰੂ ਤੁਹਾਡੇ ਤੋਂ ਖੁਸ਼ ਆ। ਨਿਯਮ ਪੱਕਾ ਰੱਖੋ, ਬੰਦਗੀ ਕਰੋ, ਭੁੱਲ ਜਾਓ, ਫਿਰ ਤੁਹਾਡੀ ਗੱਲ ਮੰਨੋ। ਜੇ ਸਾਡੇ ਦਰਬਾਰ ਦੇ ਨਾਲ ਬੰਦਗੀ ਦਾ ਕਰ ਲੱਗਦਾ ਤਾਂ ਦਰਬਾਰ ਦੇ ਨਾਲ ਜੁੜੇ ਹੋ, ਜਾਂ ਆਪਣੇ ਗੁਰੂ ਨਾਲ ਮੁਰਸ਼ਿਦ ਨਾਲ ਪ੍ਰੇਮ ਕਰਦੇ ਹੋ, ਦਰਬਾਰ ਨਾਲ ਮੇਰੇ ਬੰਦਗੀ ਦੇ ਘਰ ਦਾ ਪ੍ਰੇਮ ਕਰਦੇ ਹੋ, ਤਾਂ ਭਗਤੀ ਕਰਨਾ ਸ਼ੁਰੂ ਕਰ ਦਿਓ। ਸੰਸਾਰ ਦੀ ਚੀਜ਼ਾਂ ਵਾਸਤੇ ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ, ਬੰਦਗੀ ਦੇ ਘਰ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ। ਜੇ ਤੁਹਾਨੂੰ ਮੁੰਡੇ ਕੁੜੀਆਂ ਚਾਹੀਦੇ ਆ, ਤੁਹਾਡੇ ਅਸੀਂ ਕੋਈ ਹੱਲ ਨਹੀਂ ਕਰ ਸਕਦੇ, ਠੀਕ ਹੈ। ਸਾਡਾ ਸਮੇਂ ਖਰਾਬ ਨਾ ਕਰੋ, ਨਾ ਆਪਣਾ ਸਮੇਂ ਖਰਾਬ ਕਰੋ, ਠੀਕ ਹੈ। ਆਪਣੀ ਜ਼ਰੂਰਤਾਂ ਵਾਸਤੇ ਸਾਡੇ ਕੋਲ ਆਉਂਦੇ ਹੋ, ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ। ਮੁੰਡੇ ਕੁੜੀਆਂ ਵਾਸਤੇ ਸਾਡੇ ਕੋਲ ਆਉਂਦੇ ਹੋ, ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ। ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਸਾਡੇ ਕੋਲ ਆਉਂਦੇ ਹੋ, ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ। ਪ੍ਰਭੂ ਨਾਲ ਪ੍ਰੇਮ ਕਰਦੇ ਹੋ ਤਾਂ ਸਾਡੇ ਕੋਲ ਆ ਸਕਦੇ ਹੋ, ਭਗਤੀ ਕਰਨਾ ਚਾਹੁੰਦੇ ਹੋ ਤਾਂ ਆ ਸਕਦੇ ਹੋ। ਤੁਹਾਡੇ ਲਈ 24 ਘੰਟੇ ਹਾਜ਼ਰ ਹਾਂ, ਜੇ ਤੁਸੀਂ ਭਗਤੀ ਕਰੋਗੇ, ਬੰਦਗੀ ਕਰੋਗੇ। ਸੰਸਾਰ ਦੀ ਚੀਜ਼ਾਂ ਵਾਸਤੇ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈਗੀ, ਮੇਰਾ ਸਮੇਂ ਖਰਾਬ ਕਰਨ ਦੀ ਲੋੜ ਨਹੀਂ ਹੈਗੀ, ਨਾ ਆਪਣਾ ਸਮੇਂ ਖਰਾਬ ਕਰੋ। ਇਹ ਜੀਵਨ ਕੀਮਤੀ ਬਹੁਤਾ, ਸਮੇਂ ਕੀਮਤੀ ਬਹੁਤਾ, ਇਹਦੀ ਸੰਭਾਲ ਕਰ ਲਓ। ਬਾਰ-ਬਾਰ ਕਹਿ ਰਹੇ, ਦੁੱਖ ਸੁੱਖ ਜੋ ਵੀ ਹੈ ਸਰੀਰ ਦੇ ਜ਼ਰੂਰੀ ਅੰਗ ਨੇ, ਜੋ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਪਰਮਾਤਮਾ ਕਿੰਨਾ ਦੇਣਾ, ਕਿੱਥੇ ਦੇਣਾ, ਕਦੋਂ ਦੇਣਾ ਔਰ ਕਿੱਦਾਂ ਦੇਣਾ, ਇਹ ਪਰਮਾਤਮਾ ਨੇ ਪਹਿਲੇ ਲਿਖ ਕੇ ਭੇਜਿਆ, ਠੀਕ ਹੈ। ਆਪਣੇ ਕਰਮ ਕਰਦੇ ਰਹੋ, ਸੰਸਾਰ ਇੱਕ ਕਰਮ ਭੂਮੀ ਆ। ਅੱਛੇ ਕਰਮ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹੋ, ਆਪਣੇ ਗੁਰੂ ਨਾਲ ਪ੍ਰੇਮ ਕਰੋ, ਗੁਰੂ ਦੀ ਹੁਕਮ ਦੀ ਪਾਲਣਾ ਕਰੋ, ਫਿਰ ਤੁਹਾਡੀ ਗੱਲ ਬਣੇ, ਠੀਕ ਹੈ। ਗੁਰੂ ਤੇ ਅਹਿਸਾਨ ਨਹੀਂ ਕਰਨਾ ਆਪਾਂ, ਗੁਰੂ ਨੂੰ ਕੋਈ ਜਤਾਉਣਾ ਨਹੀਂ ਹੈਗਾ, ਠੀਕ ਹੈ। ਇਸ ਕਰਕੇ ਗੁਰੂ ਤੇ ਭਰੋਸਾ ਰੱਖੋ, ਗੁਰੂ ਜੋ ਕਹਿ ਰਿਹਾ ਉਹ ਕਰੋ, ਬੰਦਗੀ ਕਰੋ। ਇੱਕੋ ਕੰਮ ਦਿੱਤਾ, ਬਸ ਇੱਕੋ ਕੰਮ, ਦੂਜਾ ਕੰਮ ਕਦੇ ਨਹੀਂ ਹੋਣ ਦੇਣਾ। ਸਿਮਰਨ ਕਰੋ, ਬੰਦਗੀ ਕਰੋ। ਗੁਰੂ ਕੋਲ ਨਹੀਂ ਆ ਸਕਦੇ, ਮਹੀਨੇ 'ਚ ਇੱਕ ਵਾਰ ਗੁਰੂ ਕੋਲ ਆ ਜਾਓ, ਨਹੀਂ ਆ ਸਕਦੇ ਤਾਂ ਆਪਣੇ ਘਰਾਂ 'ਚ ਬੈਠ ਕੇ ਸਿਮਰਨ ਕਰੋ, ਗੁਰੂ ਤੁਹਾਡੇ ਕੋਲ ਆ ਪਹੁੰਚ ਜਾਏਗਾ। ਅੰਮ੍ਰਿਤ ਵੇਲੇ ਸੰਭਾਲ ਕਰੋ, ਠੀਕ ਹੈ। ਕੋਈ ਫਕੀਰ ਤੁਹਾਨੂੰ ਸੰਤ ਮਹਾਂਪੁਰਸ਼ ਸੁਪਨਿਆਂ ਵਿੱਚ ਦਰਸ਼ਨ ਦਿੰਦਾ, ਸੁਪਨਿਆਂ 'ਚ ਆ ਕੇ ਤੁਹਾਨੂੰ ਗੱਲਾਂ ਕਰਦਾ, ਤਾਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹਨੂੰ ਸੁਪਨਿਆਂ ਤੱਕ ਨਾ ਸੀਮਿਤ ਰੱਖਿਆ ਕਰੋ।
ਐਵੇਂ ਨਹੀਂ ਕੋਈ ਕਿਸੇ ਸੁਪਨੇ ਵਿੱਚ ਆਉਂਦਾ। ਕੋਈ ਸੰਤ ਮਹਾਂਪੁਰਖ ਫਕੀਰ ਤੁਹਾਨੂੰ ਸੁਪਨੇ ਦਰਸ਼ਨ ਦਿੰਦਾ, ਇਹਦਾ ਕੋਈ ਮਕਸਦ ਆ, ਤੁਹਾਨੂੰ ਉਸ ਪ੍ਰਮਾਤਮਾ ਨੇ ਜੋੜਨਾ ਚਾਹਨਾ, ਤੁਹਾਡੇ ਕੋਲ ਭਗਤੀ ਕਰਾਉਣਾ ਚਾਹੁੰਦਾ, ਉਹਦਾ ਮਕਸਦ ਆ। ਤੇ ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੁਪਨਿਆਂ ਨੂੰ ਇਹਨਾਂ ਨੂੰ ਸੁਪਨਿਆਂ ਤੱਕ ਨਾ ਰਹਿਣ ਦਿਆ ਕਰੋ, ਸੀਮਿਤ ਨਾ ਰੱਖਿਆ ਕਰੋ। ਤਾਂ ਹੀ ਕਹਿੰਦੇ ਗੁਰੂਆਂ ਦੀ, ਸੰਤਾਂ ਮਹਾਂਪੁਰਖ ਫਕੀਰਾਂ ਦੀ ਸੰਗਤ ਕਰੋ, ਗੁਰੂ ਘਰ ਵਿੱਚ ਜਾਇਆ ਕਰੋ, ਕੀਰਤਨ ਸੁਣਿਆ ਕਰੋ, ਸਾਸਾ ਸੁਣਿਆ ਕਰੋ, ਕਿ ਤੁਹਾਡੇ ਬਦਲਾਅ ਹੋਵੇ। ਸੰਗਤ ਕਰਾਂਗੇ ਤਾਂ ਹੀ ਰੰਗਤ ਚੜ੍ਹਨੀ ਹੈ। ਔਰ ਬੇਗੁਰਾਂ ਦੀ ਸੰਗਤ ਨਹੀਂ ਕਰਨੀ ਕਿਸ ਨੇ, ਨਿਗੂਰੇ ਬੰਦੇ ਦੀ ਸੰਗਤ ਨਹੀਂ ਕਰਨੀ ਕਿਸ ਨੇ, ਟੁੱਟਿਆ ਹੋਏ ਦੀ ਸੰਗਤ ਨਹੀਂ ਕਰਨੀ, ਜੁੜਿਆ ਹੋਏ ਦੀ ਸੰਗਤ ਕਰਨੀ ਹੈ, ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ, ਭਗਤਾਂ ਦੀ ਸੰਗਤ ਕਰਨੀ ਹੈ, ਫਕੀਰਾਂ ਦੀ ਸੰਗਤ ਕਰਨੀ ਹੈ। ਠੀਕ ਆ, ਫਿਰ ਤੁਹਾਡੇ ਰੰਗ ਚੜ੍ਹੇਗਾ। ਤੇ ਇਸ ਕਰਕੇ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਜੇ ਦਾਸ ਨੂੰ ਬੋਲਣ ਵਿੱਚ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਕਰਨਾ, ਆਪਣੀ ਚਰਨਾਂ ਦੀ ਧੂੜ ਸਮਝ ਕੇ, ਪਰ ਜੋ ਸੱਚ ਸੱਚ ਹੀ ਆ। ਠੀਕ ਆ ਨਾ। ਭਗਤੀ ਤੁਸੀਂ ਆਪਣੇ ਵਾਸਤੇ ਕਰਨੀ ਆ, ਗੁਰੂ ਨੂੰ ਜਤਾਉਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਤੁਸੀਂ ਆਪਣੇ ਲੋੜ ਵਾਸਤੇ ਭਗਤੀ ਕਰਨੀ ਆ। ਠੀਕ ਹੈ ਨਾ। ਪਰ ਮਨ ਦੁਖਦਾ ਸਾਡਾ ਵੀ ਕਿ ਦਰਬਾਰ ਨਾਲ, ਬੰਦਗੀ ਦੇ ਘਰ ਦੇ ਨਾਲ ਜੁੜੇ ਹੋ ਤੁਸੀਂ, ਹਨਾ, ਤੇ ਉਹ ਭਗਤੀ ਕਿਉਂ ਨਹੀਂ ਕਰਦੇ। ਸਾਡਾ ਵੀ ਦਿਲ ਤੜਫਦਾ, ਰੋਂਦਾ ਆ। ਤੁਸੀਂ ਦੁਖੀ ਰਹਿੰਦੇ ਹੋ, ਅਸੀਂ ਕਿਹੜਾ ਸੁਖੀ ਰਹਿੰਦੇ ਹਾਂ। ਸਭ ਤੁਸੀਂ ਦੁਖੀ ਦੇਖਦੇ ਆ, ਸਾਡਾ ਮਨ ਵੀ ਪਰੇਸ਼ਾਨ ਹੁੰਦਾ ਕਿ ਬੱਚੇ ਦੁਖੀ ਕਾਹਤੇ ਆ। ਪਰ ਮਜਬੂਰੀ ਆ ਕਿ ਤੁਸੀਂ, ਸਾਡੀ ਵੀ ਮਜਬੂਰੀ ਆ, ਤੁਸੀਂ ਸਿਮਰਨ ਕਰਦੇ ਨਹੀਂ। ਤੁਸੀਂ ਸਿਮਰਨ ਕਰੋਗੇ, ਅਸੀਂ ਦੁਆ ਬੇਨਤੀ ਕਰ ਸਕਦੇ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਇਹਨੂੰ ਚਰਨਾਂ ਨਾਲ ਜੋੜ, ਇਹਨੂੰ ਆਨੰਦ ਦੇ, ਅੰਦਰ ਦਾ ਆਨੰਦ ਦੇ, ਹਨਾ। ਪਰ ਤੁਸੀਂ ਕਰੋਗੇ ਤਾਂ ਹੀ ਕੋਈ ਗਵਾਹੀ ਭਰਦਾ। ਤੇ ਇਸ ਕਰਕੇ ਤੁਸੀਂ ਰੋਜ਼ ਭਜਨ ਸਿੰਘ ਦਾ ਅਭਿਆਸ ਕਰੋ, ਆਪਣੀ ਬੰਦਗੀ ਕਰੋ। ਘੱਟੋ ਘੱਟ ਰੋਜ਼ 2.5 ਘੰਟੇ ਸਿਮਰਨ ਜ਼ਰੂਰ ਕਰਨਾ ਤੁਸੀਂ। ਠੀਕ ਆ। ਬਾਕੀ ਤੁਹਾਡੇ 22-23 ਘੰਟੇ ਸੰਸਾਰ ਦੇ ਕੰਮਾਂ ਲਈ ਬਹੁਤ ਆ। ਆਪਣਾ ਨਿਯਮ ਪੱਕਾ ਰੱਖੋ, ਕੋਈ ਸਵਾਲ ਨਹੀਂ ਰੱਖਣਾ, ਕੋਈ ਇੱਛਾਵਾਂ ਰੱਖ ਕੇ ਭਗਤੀ ਨਹੀਂ ਕਰਨੀ। ਨਿਸ਼ਕਾਮ ਭਗਤੀ ਕਰੋ, ਕੋਈ ਤੁਹਾਡੇ ਮਨ ਵਿੱਚ ਸਵਾਲ ਨਹੀਂ ਹੋਣਾ ਚਾਹੀਦਾ। ਫਿਰ ਤੁਸੀਂ ਭਗਤੀ ਵਿੱਚ ਕਾਮਯਾਬ ਹੋ ਸਕਦੇ ਹੋ, ਸਫਲ ਹੋ ਸਕਦੇ ਹੋ। ਠੀਕ ਆ। ਨਿਸ਼ਕਾਮ ਭਗਤੀ ਕਰੋ, ਕੋਈ ਸਵਾਲ ਨਾ ਰੱਖੋ। ਉਹਨੂੰ ਪਤਾ ਆਪਣੇ ਬੱਚਿਆਂ ਨੂੰ ਕਦੋਂ ਦੇਣਾ। ਠੀਕ ਹੈ ਨਾ। ਤੇ ਬਾਕੀ ਤੁਸੀਂ ਸਮਝਦਾਰ ਹੋ, ਸਾਰੇ ਅੱਛੇ ਹੋ, ਤੇ ਜ਼ਰੂਰ ਦਾਸ ਦੀ ਗੱਲ ਦਾ ਗੌਰ ਕਰੋਗੇ, ਇਹਨਾਂ ਗੱਲਾਂ ਤੇ ਅਮਲ ਕਰੋਗੇ। ਠੀਕ ਆ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।